ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਅਧਿਆਇ 9 ਤਿਕੋਣਮਿਤੀ ਦੇ ਕੁਝ ਉਪਯੋਗ। ਇਸ ਦੀ 9.1 ਅਭਿਆਸ ਤੇ ਅਸੀਂ ਬਾਕੀ ਦੇ ਸਵਾਲ ਕਰਾਂਗੇ। ਸਵਾਲ ਨੰਬਰ 6 ਹੈ ਸਾਡੇ ਕੋਲ। 1.5 ਮੀਟਰ ਲੰਬਾ ਇੱਕ ਲੜਕਾ 30 ਮੀਟਰ ਉੱਚੀ ਇਮਾਰਤ ਤੋਂ ਕੁਝ ਦੂਰੀ ਤੇ ਖੜਾ ਹੈ। ਇਹ ਲੜਕਾ ਜਦੋਂ ਇਮਾਰਤ ਵੱਲ ਨੂੰ ਚੱਲਦਾ ਵਾ, ਭਾਵ ਡੀ ਪੋਜੀਸ਼ਨ ਤੋਂ ਈ ਪੋਜੀਸ਼ਨ ਤੇ ਜਾਂਦਾ ਵਾ, ਤਾਂ ਇਹਦੀ ਜਿਹੜੀ ਦ੍ਰਿਸ਼ਟੀ ਆ, ਇਹਦੀ ਅੱਖ ਨਾਲ ਜਿਹੜਾ ਸਿਖਰ ਦਾ ਉਚਾਣ ਕੋਣ ਆ, ਜਿੱਦਾਂ ਮੰਨ ਲਓ ਇਸ ਪੋਜੀਸ਼ਨ ਤੇ ਸੀਗਾ ਇਹ, ਤਾਂ ਇਹਦੇ ਸਿਖਰ ਦਾ ਉਚਾਣ ਕੋਣ ਜੇਕਰ ਇਹ ਦ੍ਰਿਸ਼ਟੀ ਸਾਹਮਣੇ ਰੱਖੇਗਾ ਤਾਂ ਬਿਲਡਿੰਗ ਤੇ ਜੀ ਪੁਆਇੰਟ ਤੇ ਦੇਖੇਗਾ। ਜੇਕਰ ਇਹ ਸਿਖਰ ਵੱਲ ਨੂੰ ਦੇਖੇਗਾ ਤਾਂ ਏ ਪੁਆਇੰਟ ਤੇ ਦੇਖੇਗਾ। ਉਹਦੇ ਨਾਲ ਆਹ ਵਾਲਾ ਜਿਹੜਾ ਉਚਾਣ ਕੋਣ ਆ ਇਹ 30 ਦਰਜੇ ਦਾ ਬਣਦਾ। ਜਦੋਂ ਇਹਦੀ ਪੋਜੀਸ਼ਨ ਡੀ ਤੋਂ ਈ ਤੇ ਚੇਂਜ ਹੁੰਦੀ ਆ ਤਾਂ ਇਹ ਵਾਲਾ ਕੋਣ 30 ਦਰਜੇ ਤੋਂ ਬਦਲ ਕੇ ਕਿੰਨੇ ਦਰਜੇ ਦਾ ਹੋ ਜਾਂਦਾ? 60 ਦਰਜੇ ਦਾ। ਸਾਨੂੰ ਪੁੱਛਿਆ ਕੀ ਗਿਆ ਵਾ ਵੀ ਲੜਕਾ ਇਮਾਰਤ ਵੱਲ ਨੂੰ ਕਿੰਨੀ ਦੂਰ ਗਿਆ, ਕਿੰਨੀ ਇਮਾਰਤ ਵੱਲ ਉਹਨੇ ਕਿੰਨੀ ਦੂਰੀ ਤੈਅ ਕੀਤੀ, ਭਾਵ ਡੀ ਪੋਜੀਸ਼ਨ ਤੋਂ ਈ ਪੋਜੀਸ਼ਨ ਤੇ ਪਹੁੰਚਣ ਤੇ ਭਾਵ ਡੀ ਈ ਦੂਰੀ ਕਿੰਨੀ ਹੈ। ਹੁਣ ਅਸੀਂ ਇਹ ਕਿਸ ਤਰ੍ਹਾਂ ਕਰਨੀ ਹੈ? ਹੁਣ ਕਿਉਂਕਿ ਇਮਾਰਤ ਦੀ ਉਚਾਈ ਸਾਨੂੰ ਕਿੰਨੀ ਦਿੱਤੀ ਆ? 30 ਮੀਟਰ। ਲੜਕੇ ਦੀ ਉਚਾਈ ਕਿੰਨੀ ਆ? 1.5 ਮੀਟਰ। ਜੇਕਰ ਸੀ ਡੀ 1.5 ਮੀਟਰ ਆ ਤਾਂ ਈ ਐਫ ਵੀ ਕਿੰਨੀ ਹੋਏਗੀ? 1.5 ਮੀਟਰ। ਬੀ ਜੀ ਵੀ ਕਿੰਨੀ ਹੋਏਗੀ? 1.5 ਮੀਟਰ। ਟੋਟਲ ਏ ਬੀ ਹੈਗੀ 30 ਮੀਟਰ। ਤਾਂ ਅਸੀਂ ਜੇ ਇਹਦੇ ਚੋਂ 1.5 ਮੀਟਰ ਮਾਈਨਸ ਕਰ ਦਿਆਂਗੇ ਤਾਂ ਬਾਕੀ ਸਾਡੇ ਕੋਲ ਏ ਜੀ ਜਿਹੜੀ ਆ ਉਹ ਕਿੰਨੀ ਬਚ ਜਾਏਗੀ? 28.5 ਮੀਟਰ। ਹੁਣ ਕਿਉਂਕਿ ਦੂਰੀ ਅਸੀਂ ਡੀ ਈ ਕੱਢਣੀ ਆ, ਐਕਸ, ਇਹਨੂੰ ਅਸੀਂ ਐਕਸ ਮੰਨ ਲਿਆ। ਜੇਕਰ ਅਸੀਂ ਸੀ ਐਫ ਪਤਾ ਕਰ ਲਈਏ, ਸੀ ਐਫ, ਤਾਂ ਡੀ ਈ ਆ ਜਾਏਗੀ ਸਾਡੇ ਕੋਲ। ਹੁਣ ਸੀ ਐਫ ਕਿਵੇਂ ਪਤਾ ਕਰਨੀ? ਅਸੀਂ ਇੱਥੇ ਸਾਡੇ ਕੋਲ ਦੋ ਸਮਕੋਣ ਤਿਕੋਣਾਂ ਬਣਦੀਆਂ, ਇੱਕ ਆ ਵੱਡੀ ਤਿਕੋਣ ਬਣਦੀ ਆ। ਇੱਥੇ ਅਸੀਂ ਤਿਕੋਣਮਿਤੀ ਅਨੁਪਾਤ ਦੀ ਸਹਾਇਤਾ ਦੇ ਨਾਲ, ਇੱਕ ਆ ਸਾਡੇ ਕੋਲ ਏ ਪੁਆਇੰਟ ਆ, ਆਹ ਸਾਡਾ ਜੀ ਪੁਆਇੰਟ ਆ, ਇਹ ਸਾਡਾ ਸੀ ਪੁਆਇੰਟ ਆ। ਇਹ ਕੋਣ ਕਿੰਨਾ ਵਾ? 30 ਦਰਜੇ। ਇੱਥੋਂ ਅਸੀਂ ਕੀ ਕਰਾਂਗੇ? ਏ ਜੀ ਅਸੀਂ ਕੱਢ ਲਈ ਆ, ਕਿੰਨੀ ਆ? 28.5 ਮੀਟਰ। ਇੱਥੋਂ ਅਸੀਂ ਤਿਕੋਣਮਿਤੀ ਅਨੁਪਾਤ ਦੀ ਸਹਾਇਤਾ ਦੇ ਨਾਲ ਸੀ ਜੀ ਕੱਢ ਲਵਾਂਗੇ, ਆਹ ਵਾਲੀ ਸੀ ਜੀ। ਉਸ ਤੋਂ ਬਾਅਦ ਅਸੀਂ ਤਿਕੋਣ ਲਵਾਂਗੇ ਏ ਐਫ ਜੀ। ਆਹ ਵਾਲੀ ਤਿਕੋਣ ਹੈ ਸਾਡੇ ਕੋਲ, ਛੋਟੀ ਤਿਕੋਣ ਹੈ ਏ ਐਫ ਜੀ, ਏ ਐਫ ਜੀ। ਇਸ ਤਿਕੋਣ ਵਿੱਚ ਆਹ ਵਾਲਾ ਉਚਾਣ ਕੋਣ ਕਿੰਨਾ ਵਾ ਸਾਡੇ ਕੋਲ? 60 ਦਰਜੇ। ਏ ਜੀ ਸਾਨੂੰ ਦਿੱਤੀ ਆ 28.5। ਇੱਥੋਂ ਅਸੀਂ ਤਿਕੋਣਮਿਤੀ ਦੀ ਸਹਾਇਤਾ ਦੇ ਨਾਲ ਕੀ ਕੱਢ ਲਾਂਗੇ? ਐਫ ਜੀ। ਇਹਦਾ ਮਤਲਬ ਸਾਡੇ ਕੋਲ ਐਫ ਜੀ ਆ ਜਾਏਗੀ। ਜੇਕਰ ਅਸੀਂ ਸੀ ਜੀ ਵਿੱਚੋਂ ਐਫ ਜੀ ਮਾਈਨਸ ਕਰ ਦਿਆਂਗੇ ਤੇ ਸਾਡੇ ਕੋਲ ਸੀ ਐਫ ਆ ਜਾਏਗੀ। ਜੇਕਰ ਸੀ ਐਫ ਆ ਗਈ ਤਾਂ ਸੀ ਐਫ ਕਿਹਦੇ ਬਰਾਬਰ ਆ? ਡੀ ਈ ਦੇ ਬਰਾਬਰ। ਇਹ ਡੀ ਈ ਕੀ ਆ? ਇਹ ਉਹ ਲੜਕੇ ਦੁਆਰਾ ਇਮਾਰਤ ਵੱਲ ਨੂੰ ਜਾਂਦਿਆਂ ਤੈਅ ਕੀਤੀ ਦੂਰੀ ਆ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਜਿਹੜਾ ਉਹ ਹੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਇਮਾਰਤ ਦੀ ਉਚਾਈ। ਇਮਾਰਤ ਦੀ ਉਚਾਈ ਕਿੰਨੀ ਆ ਸਾਡੇ ਕੋਲ? ਏ ਬੀ ਬਰਾਬਰ 30 ਮੀਟਰ। ਲੜਕੇ ਦੀ ਉਚਾਈ, ਲੜਕੇ ਦੀ ਉਚਾਈ ਇਹ ਸਾਨੂੰ ਕਿੰਨੀ ਦਿੱਤੀ ਆ? ਇਹ ਹੈਗੀ ਸੀ ਡੀ ਬਰਾਬਰ ਜਾਂ ਈ ਐਫ ਜਾਂ ਬੀ ਜੀ। ਸੀ ਡੀ ਬਰਾਬਰ ਈ ਐਫ ਬਰਾਬਰ ਬੀ ਜੀ ਬਰਾਬਰ ਕਿੰਨੀ ਆ? 1.5 ਮੀਟਰ। ਉਸ ਤੋਂ ਬਾਅਦ ਅਸੀਂ ਲੜਕੇ ਦੀ ਉਚਾਈ ਕੱਢ ਲਈ। ਪਤਾ ਅਸੀਂ ਕੀ ਕਰਨਾ? ਲੜਕੇ ਦੁਆਰਾ ਇਮਾਰਤ ਵੱਲ ਚੱਲ ਕੇ ਤੈਅ ਕੀਤੀ ਦੂਰੀ। ਲੜਕੇ ਦੁਆਰਾ ਇਮਾਰਤ ਵੱਲ ਚੱਲ ਕੇ ਤੈਅ ਕੀਤੀ ਦੂਰੀ। ਤੈਅ ਕੀਤੀ ਦੂਰੀ ਕਿਹੜੀ ਦੂਰੀ ਆ ਸਾਡੇ ਕੋਲ? ਡੀ ਈ। ਇਹ ਡੀ ਈ ਕਿਹਦੇ ਬਰਾਬਰ ਆ? ਸੀ ਐਫ ਦੇ। ਤੇ ਬਰਾਬਰ ਅਸੀਂ ਕੀ ਮੰਨ ਲਈ? ਇਹ ਐਕਸ ਮੀਟਰ। ਇਹ ਅਸੀਂ ਮੰਨ ਲਿਆ ਵੀ ਇਹ ਸਾਡੇ ਕੋਲ ਦੂਰੀ ਐਕਸ ਮੀਟਰ ਆ। ਹੁਣ ਅਸੀਂ ਦੇਖੀਏ ਜਿਹੜੀ ਸਭ ਤੋਂ ਪਹਿਲਾਂ ਏ ਸੀ ਜੀ ਸਮਕੋਣ ਤਿਕੋਣ ਆ, ਏ ਸੀ ਜੀ, ਉਹਦੇ ਚਾਹ ਵਾਲਾ ਜਿਹੜਾ ਕੋਣ ਆ ਇਹ ਕਿੰਨਾ ਬਣਦਾ? ਕੋਣ ਏ ਸੀ ਜੀ ਬਰਾਬਰ 30 ਦਰਜੇ। ਦੂਜੀ ਜਿਹੜੀ ਤਿਕੋਣ ਆ ਸਾਡੇ ਕੋਲ ਏ ਐਫ ਜੀ, ਉਹਦੇ ਵਿੱਚ ਕੋਣ ਕਿੰਨਾ ਵਾ? ਕੋਣ ਏ ਐਫ ਜੀ ਬਰਾਬਰ ਕਿੰਨਾ ਆ ਗਿਆ ਸਾਡੇ ਕੋਲ? 60 ਦਰਜੇ। ਹੁਣ ਅਸੀਂ ਵਾਰੀ ਵਾਰੀ
त्रिकोणमिति अनुपात जिहड़ा वा उस दोनों समकोण त्रिकोणां दे विच उहदा इस्तेमाल करके असी भुजावां कढ लांगे। पहलों सी जी कढांगे, उस तो बाद असी एफ जी कढ लांगे। सब तो पहलां असी समकोण त्रिकोण लईए। समकोण त्रिभुज ए सी जी विच अनुपात असी किहदा लेना, एक भुजा साडे कोल दित्ती हुई आ किहड़ी ए जी, पता असी किहड़ी करनी आ सी जी। हुण असी ये देखना भी किहड़े कोण दे बराबर हुंदा। आपां कीता होया लंबू आया लंबू की कर्ण आया। आ साडे कोल हैगा साइन, ये हैगा कॉस, ये की आ साडे कोल टैन थीटा। हुण इहदे विच्चों असी देख लेना भी किहड़ा अनुपात बनदा साडे कोल, उहदे हिसाब नाल असी ये कोण जिहड़ा लिखांगे। हुण ए जी साडा की आ, क्योंकि ये वाला कोण है आ 90 का कोण है, इसका मतलब ये दोनों कोण सी जी भुजा ते आ, इसका मतलब ये आधार है। आ वाला की है आधार, तो ये की है साडे कोल लंब, भाव ये साडे कोल आ गया लंब बटा आधार। तो लंब बटा आधार किहदे बराबर आ टैन थीटे दे। टैन थीटा कितना साडा 30 दरजे। इत्थों हुण असी ए जी का मुल लिख दांगे कितना 28.5। सी जी का मुल साडे कोल कितना वा सी जी, ये असी पता करना सी जी बराबर टैन 30 का मुल। हुण इहदे वास्ते सानू जिहड़ी सारनी आ उहदे बारे पता होना चाहिए। सारनी दे विच असी जेकर साइन थीटा ते कॉस थीटा दे मुल सानू पता वा तां फिर असी टैन दे मुल जिहड़े वो कढ सकदे आ। साइन थीटा जिहड़ा वा 0 दरजे 30 दरजे 45 60 90। हुण साइन का मुल की हुंदा साइन 0 0, साइन 30 1/2, 1/वर्गमूल 2, वर्गमूल 3/2 ते 1। कॉस दे मुल इहदे उल्ट हुंदे 1 वर्गमूल 3/2, 1/वर्गमूल 2, 1/2 ते 0। जेकर हुण असी टैन 30 का मुल कढ़ना तो साइन 30 ते कॉस 30 के मुल असी भाग कर देंगे 1/2/वर्गमूल 3/2। 2 ਨਾਲ 2 कैंसल हो गया, ये साढ़े को आ गया 1/वर्गमूल 3। ਇਹਦਾ मतलब इत्थे साढ़े को मुल आ गया 1/वर्गमूल 3। हुण असी तिरछी गुणा करांगे सी जी बराबर सी जी में 1 ਨਾਲ गुणा की सी जी की आ गया साढ़े को 28.5 वर्गमूल 3 मीटर। असी आ सी जी कढ़ लिया। हुण असी दूजी त्रिकोण लवांगे। दूजी त्रिकोण किहड़ी आ समकोण त्रिभुज किहड़ी ए एफ जी विच। ਇਹਦੇ ਵਿੱਚ भी असी देखिए ये वाला कोण ये 90 का कोण आ, आह वाली भुजा जिहड़ी आ ये आधार हो गई तो ਇਹਦੀ सन्मुख भुजा की होगी साडे कोल लंब हो गई। ਇਹਦੇ ਵਿੱਚ भी असी आधार क्योंकि कढ़ना वा ए जी सानू दिता होया असी रेशो लवांगे ए जी बटा एफ जी बराबर ये भी लंब बटा आधार। लंब बटा आधार किहदे बराबर आ टैन थीटा दे। तो टैन हुण साडा कितना वा 60 दरजे। ए जी का मुल हैगा 28.5 तो एफ जी का मुल असी पता करना टैन 60 का मुल। टैन 60 किहदे बराबर होगा साइन 60 वर्गमूल 3/2 बटा कॉस 60 1/2। 2 ਨਾਲ 2 कैंसल आ गए, ये साडे को आ गया वर्गमूल 3/1 भाव वर्गमूल 3 बटा 1 आपां लिख सकते हैं। हुण इत्थों असीं तिरछी गुणा करांगे वर्गमूल 3 गुणा एफ जी बराबर 28.5 ਨੂੰ 1 ਨਾਲ गुणा की कितना आ गया 28.5। इत्थों असीं एफ जी कढ़ लिया। एफ जी बराबर 28.5 बटा वर्गमूल 3 मीटर। ये हुण असीं सी जी भी कढ़ लिया एफ जी भी कढ़ लिया। हुण असीं सी एफ कढ़ना। सी एफ कढ़न वास्ते असीं सी जी विचों एफ जी की कर देंगे माइनस कर देंगे। हुण करिए असीं इसलिए सी एफ बराबर सी जी माइनस एफ जी। सी जी असीं कितना कढ़िया
CG ਸਾਡੇ ਕੋਲ ਹੈ 28.5 ਵਰਗਮੂਲ 3 ਮਾਈਨਸ FG ਕਿੰਨਾ ਕੱਢਿਆ ਸੀ 28.5 ਬਟਾ ਵਰਗਮੂਲ 3। ਹੁਣ ਇਹਦੇ ਬਟੇ ਵਿੱਚ ਅਸੀਂ 1 ਲਿਖ ਲਿਆ, ਇਹਦਾ LCM ਲੈ ਲਈਏ, ਕਿੰਨਾ ਆ ਗਿਆ ਸਾਡੇ ਕੋਲ ਵਰਗਮੂਲ 3। ਵਰਗਮੂਲ 3 ਨੂੰ 1 ਨਾਲ ਭਾਗ ਕੀਤਾ ਵਰਗਮੂਲ 3, ਇਹ ਆ ਗਿਆ 28.5 ਵਰਗਮੂਲ 3 ਗੁਣਾ ਵਰਗਮੂਲ 3 ਮਾਈਨਸ ਵਰਗਮੂਲ 3 ਨੂੰ ਵਰਗਮੂਲ 3 ਨਾਲ ਡਿਵਾਈਡ ਕੀਤਾ 1 ਨੂੰ 28.5 ਨਾਲ ਅਸੀਂ ਗੁਣਾ ਕੀਤਾ, ਕਿੰਨਾ ਆ ਗਿਆ ਸਾਡੇ ਕੋਲ 28.5। ਇੱਥੋਂ ਸਾਡੇ ਕੋਲ ਕੀ ਆ ਗਿਆ 28.5 ਗੁਣਾ ਵਰਗਮੂਲ 3 ਨੂੰ ਵਰਗਮੂਲ 3 ਨਾਲ ਗੁਣਾ ਕੀਤੀ 3 ਆ ਗਿਆ ਸਾਡੇ ਕੋਲ, ਮਾਈਨਸ 28.5 ਬਟਾ ਵਰਗਮੂਲ 3। ਇਹ ਕੀ ਕੱਢ ਰਹੇ ਹਾਂ ਅਸੀਂ CF। ਹੁਣ ਇੱਥੋਂ 3 ਨਾਲ ਅਸੀਂ ਗੁਣਾ ਕਰੀਏ, 3 5 15 ਦਸ਼ਮਲਵ 3 8 24 ਤੇ 25, 3 ਦੂਣੀ 6 ਤੇ 2 8 ਮਾਈਨਸ 28.5 ਬਟਾ ਵਰਗਮੂਲ 3। ਇੱਥੋਂ ਅਸੀਂ CF ਪਤਾ ਕਰ ਲਈਏ, CF ਬਰਾਬਰ 85.5 ਚੋਂ 28.5 ਮਾਈਨਸ ਕੀਤੇ, ਇਹ ਸਾਡੇ ਕੋਲ ਆ ਗਿਆ 57.0, ਲਿਖਣ ਦੀ ਲੋੜ ਨਹੀਂ, 0.0 ਬਟਾ ਵਰਗਮੂਲ 3। ਹੁਣ ਕਿਉਂਕਿ ਹਰ ਦੇ ਵਿੱਚ ਵਰਗਮੂਲ ਵਾਲੀ ਰਕਮ ਆ, ਇਹਦਾ ਅਸੀਂ ਪ੍ਰਮੇਯੀਕਰਨ ਕਰਾਂਗੇ। 57 ਬਟਾ ਵਰਗਮੂਲ 3 ਉੱਪਰ ਥੱਲੇ ਅਸੀਂ ਵਰਗਮੂਲ 3 ਨਾਲ ਕੀ ਕਰ ਦੇਣੀ ਹੈ ਗੁਣਾ ਕਰ ਦੇਣੀ, ਬਟੇ ਵਿੱਚ ਵੀ ਵਰਗਮੂਲ 3। ਇਹ ਸਾਡੇ ਕੋਲ ਆ ਜਾਏਗਾ 57 ਵਰਗਮੂਲ 3 ਬਟਾ ਵਰਗਮੂਲ 3 ਨੂੰ ਵਰਗਮੂਲ 3 ਨਾਲ ਮਲਟੀਪਲਾਈ ਕੀਤਾ, ਕਿੰਨਾ ਆ ਗਿਆ ਸਾਡੇ ਕੋਲ 3। 3 ਨਾਲ ਅਸੀਂ 57 ਨੂੰ ਕੱਟ ਦਿੱਤਾ, 19 ਤੀਆ 57 ਤੇ ਸਾਡੇ ਕੋਲ CF ਬਰਾਬਰ ਇੱਥੋਂ ਕੀ ਆ ਗਿਆ ਸਾਡੇ ਕੋਲ CF ਬਰਾਬਰ 19 ਵਰਗਮੂਲ 3 ਮੀਟਰ। ਹੁਣ ਜਿਹੜਾ CF ਆ ਸਾਡੇ ਕੋਲ ਇਹ ਕਿਹਦੇ ਬਰਾਬਰ ਆ DE ਦੇ। ਜੇ CF ਅਸੀਂ ਕੱਢ ਲਿਆ ਸਾਡੇ ਕੋਲ ਜਾਂ DE ਕੱਢ ਲਿਆ, ਉਹ ਕਿਹੜੀ ਦੂਰੀ ਆ ਗਈ ਸਾਡੇ ਕੋਲ ਲੜਕੇ ਦੁਆਰਾ ਇਮਾਰਤ ਵੱਲ ਚੱਲ ਕੇ ਤੈਅ ਕੀਤੀ ਦੂਰੀ। ਇਸ ਲਈ ਲੜਕੇ ਦੁਆਰਾ ਇਮਾਰਤ ਵੱਲ ਚੱਲ ਕੇ ਤੈਅ ਕੀਤੀ ਦੂਰੀ ਕਿਹੜੀ CF ਜਾਂ ਕਿਹਦੇ ਬਰਾਬਰ DE ਬਰਾਬਰ ਕਿੰਨੀ ਕੱਢ ਲਈ ਅਸੀਂ 19 ਵਰਗਮੂਲ 3 ਮੀਟਰ। ਸਵਾਲ ਨੰਬਰ 7 ਹੈ ਸਾਡੇ ਕੋਲ, ਜ਼ਮੀਨ ਤੇ ਸਥਿਤ ਇੱਕ ਬਿੰਦੂ ਤੋਂ 20 ਮੀਟਰ ਉੱਚੀ ਇਮਾਰਤ ਦੇ ਉੱਤੇ ਲੱਗੇ ਸੰਚਾਰ ਮੀਨਾਰ ਦੇ ਤਲ A ਅਤੇ ਸਿਖਰ D ਦੇ ਉਚਾਣ ਕੋਣ 45 ਦਰਜੇ ਅਤੇ 60 ਦਰਜੇ ਹਨ। ਸੰਚਾਰ ਮੀਨਾਰ ਦੀ ਉਚਾਈ ਪਤਾ ਕਰੋ। ਪਹਿਲਾਂ ਅਸੀਂ ਸਟੇਟਮੈਂਟ ਪੜ੍ਹ ਕੇ ਇਸ ਤਰ੍ਹਾਂ ਇਹ ਡਾਇਆਗ੍ਰਾਮ ਬਣਾਵਾਂਗੇ, ਉਸ ਤੋਂ ਬਾਅਦ ਅਸੀਂ ਸਵਾਲ ਨੂੰ ਹੱਲ ਕਰਾਂਗੇ। ਹੁਣ ਦੇਖੋ ਇਹਦੇ ਵਿੱਚ ਕਿਸ ਤਰ੍ਹਾਂ ਅਸੀਂ ਕਰਨਾ, ਜਿਹੜਾ ਇਮਾਰਤ ਸਾਡੀ ਹੈਗੀ AB, ਉਹਦੀ ਉਚਾਈ ਕਿੰਨੀ ਆ 20 ਮੀਟਰ। ਜਿਹੜਾ ਸੰਚਾਰ ਮੀਨਾਰ ਲੱਗਾ AD, ਉਹਦੀ ਅਸੀਂ ਉਚਾਈ ਮੰਨ ਲਈ X। ਹੁਣ ਇਹਦੇ ਵਿੱਚ ਦੋ ਤਿਕੋਣਾਂ ਬਣਦੀਆਂ ਸਾਡੇ ਕੋਲ, ਇੱਕ ਤਿਕੋਣ ਸਾਡੇ ਕੋਲ ਹੈਗੀ ABC ਸਮਕੋਣ ਤਿਕੋਣ। ਇਹਦੇ ਵਿੱਚ ਤਿਕੋਣ ਮਿਤੀ ਅਨੁਪਾਤ ਦੀ ਸਹਾਇਤਾ ਨਾਲ ਅਸੀਂ BC ਭੁਜਾ ਕੱਢਾਂਗੇ। ਇਹ BC ਭੁਜਾ ਜਿਹੜੀ ਆਹ ਵਾਲੀ ਤਿਕੋਣ ਆ BCD, ਇਹਦੀ ਵੀ BC ਭੁਜਾ ਤੇ ਇਹਦੀ ਵੀ ਜਿਹੜੀ BC ਭੁਜਾ, ਇਹਦਾ ਮਤਲਬ ਦੋਨਾਂ ਤਿਕੋਣਾਂ ਦੀ ਇਹ BC ਭੁਜਾ ਸਾਂਝੀ ਆ। ਇਸ ਕਰਕੇ ਪਹਿਲੋਂ ਅਸੀਂ ABC ਤਿਕੋਣ ਵਿੱਚੋਂ ਤਿਕੋਣ ਮਿਤੀ ਅਨੁਪਾਤ ਦੀ ਸਹਾਇਤਾ ਦੇ ਨਾਲ BC ਭੁਜਾ ਪਤਾ ਕਰ ਲਾਂਗੇ। ਉਸ ਤੋਂ ਬਾਅਦ ਇਹ ਜਿਹੜੀ BC ਭੁਜਾ ਵਾ, ਇਹਦੀ ਸਹਾਇਤਾ ਦੇ ਨਾਲ ਅਸੀਂ ਇਸ ਤਿਕੋਣ ਵਿੱਚੋਂ BD ਪਤਾ ਕਰ ਲਾਂਗੇ। ਜਦੋਂ ਸਾਡੇ ਕੋਲ BD ਆ ਗਿਆ, BD ਸਾਡੇ ਕੋਲ ਕੀ ਆ, ਇਮਾਰਤ ਤੇ ਸੰਚਾਰ ਮੀਨਾਰ ਦੋਨਾਂ ਦੀਆਂ ਉਚਾਈਆਂ ਦਾ ਜੋੜ ਆ। ਉਹਦੇ ਵਿੱਚੋਂ ਅਸੀਂ ਇਮਾਰਤ ਦੀ ਉਚਾਈ 20 ਮੀਟਰ ਮਾਈਨਸ ਕਰ ਦਿਆਂਗੇ ਤੇ ਸਾਡੇ ਕੋਲ ਸੰਚਾਰ ਮੀਨਾਰ ਦੀ ਉਚਾਈ ਆ ਜਾਏਗੀ। ਹੁਣ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਇਮਾਰਤ ਦੀ ਉਚਾਈ। ਇਮਾਰਤ ਦੀ ਉਚਾਈ ਉਹ ਸਾਡੇ ਕੋਲ ਹੈਗੀ AB, ਬਰਾਬਰ ਕਿੰਨੀ ਆ 20 ਮੀਟਰ। ਉਸ ਤੋਂ ਬਾਅਦ ਸਾਡੇ ਕੋਲ ਹੋਰ ਕੀ ਦਿੱਤਾ ਹੋਇਆ, ਸਾਡੇ ਕੋਲ ਕੋਣ ਦਿੱਤੇ ਹੋਏ ਆ। ਸੰਚਾਰ ਮੀਨਾਰ ਦੀ ਉਚਾਈ ਅਸੀਂ ਮੰਨ ਲੈਣੀ, ਮੰਨਿਆ
ਮੰਨਿਆ ਸੰਚਾਰ ਮੀਨਾਰ ਦੀ ਉਚਾਈ AD ਇਹ ਬਰਾਬਰ ਅਸੀਂ ਕੀ ਮੰਨ ਲਿਆ x ਮੀਟਰ। ਇਹ ਅਸੀਂ ਪਤਾ ਕਰਨੀ ਆ। ਹੁਣ ਜਦੋਂ ਅਸੀਂ ਇਹਨਾਂ ਤਿਕੋਣਾਂ ਵਿੱਚ ਦੇਖਦੇ ਹਾਂ, ਸਭ ਤੋਂ ਪਹਿਲਾਂ ਅਸੀਂ ਜੇਕਰ ਇਸ ਤਿਕੋਣ ਦੀ ਗੱਲ ਕਰੀਏ ABC ਦੀ, ਇਹ ਜਿਹੜੀ ਅਸੀਂ ਸਾਈਡ ਤੇ ਬਣਾਈ ਆ, ਇਹਦੇ ਵਿੱਚ ਸਾਡੇ ਕੋਲ ਜਿਹੜਾ ਕੋਣ ਦਿੱਤਾ ਹੋਇਆ ਕਿੰਨੇ ਦਰਜੇ ਦਾ 45 ਦਰਜੇ ਦਾ ਕੋਣ ACB ਬਰਾਬਰ 45 ਦਰਜੇ। ਉਸ ਤੋਂ ਬਾਅਦ ਜਦੋਂ ਅਸੀਂ ਆ ਵੱਡੀ ਤਿਕੋਣ ਦੇਖਦੇ ਹਾਂ ਜਿਹੜਾ ਸਿਖਰ ਦਾ ਉਚਾਣ ਕੋਣ ਹੈ BCD ਇਹ ਸਾਡੇ ਕੋਲ ਕਿੰਨਾ ਵਾ 60 ਦਰਜੇ। ਕੋਣ BCD ਬਰਾਬਰ 60 ਦਰਜੇ। ਹੁਣ ਅਸੀਂ ਪਹਿਲਾਂ ਆਹ ਵਾਲੀ ਤ੍ਰਿਭੁਜ ਜਿਹਦੇ ਵਿੱਚ ਸਾਡੇ ਕੋਲ ਇਮਾਰਤ ਦੀ ਉਚਾਈ ਦਿੱਤੀ ਆ, ਇਹਦੀ ਸਹਾਇਤਾ ਦੇ ਨਾਲ ਅਸੀਂ ਰੇਸ਼ੋ ਲੈ ਕੇ BC ਪਤਾ ਕਰਾਂਗੇ। ਸਮਕੋਣ ਤ੍ਰਿਭੁਜ ABC ਵਿੱਚ ਅਨੁਪਾਤ ਅਸੀਂ ਲਈਏ ਕਿਉਂਕਿ ਇਹ ਕੋਣ ਸਾਨੂੰ ਦਿੱਤਾ ਹੋਇਆ ਨਿਊਨ ਕੋਣ, ਇਹ ਕੋਣ 90 ਦਰਜੇ ਦਾ, ਇਹਦਾ ਮਤਲਬ BC ਭੁਜਾ ਸਾਡੀ ਆਧਾਰ ਹੈ ਤੇ AB ਭੁਜਾ ਜਿਹੜੀ ਇਹ ਕੋਣ ਦੇ ਸਨਮੁਖ ਭੁਜਾ ਵਾ ਉਹ ਸਾਡੀ ਕੀ ਹੈ ਲੰਬ ਹੈ। ਹੁਣ ਅਸੀਂ ਰੇਸ਼ੋ ਲਵਾਂਗੇ ਜਿਹੜੀ ਭੁਜਾ ਦਿੱਤੀ ਆ, ਕਿਹੜੀ ਦਿੱਤੀ ਆ AB, ਤੇ ਪਤਾ ਅਸੀਂ ਕਰਨੀ BC। ਕਿਉਂ ਪਤਾ ਕਰਨੀ? ਕਿਉਂਕਿ ਇਹਨਾਂ ਦੋਨਾਂ ਤਿਕੋਣਾਂ ਦੀ ਇਹ ਸਾਂਝੀ ਭੁਜਾ ਵਾ ਬਟਾ BC ਜਾਂ CB ਬਰਾਬਰ। ਹੁਣ ਇਹ ਸਾਡੇ ਕੋਲ ਆ ਗਿਆ ਲੰਬ ਬਟਾ ਆਧਾਰ। ਲੰਬ ਬਟਾ ਆਧਾਰ ਕਿਹਦੇ ਬਰਾਬਰ ਆ tan ਥੀਟਾ ਦੇ। tan ਥੀਟਾ ਸਾਡਾ ਕਿੰਨਾ ਵਾ 45 ਦਰਜੇ। ਹੁਣ ਇੱਥੇ ਅਸੀਂ ਮੁੱਲ ਭਰੀਏ। AB ਦਾ ਮੁੱਲ ਸਾਡੇ ਕੋਲ ਹੈਗਾ 20 ਬਟਾ BC ਬਰਾਬਰ tan 45। ਹੁਣ tan 45 ਦਾ ਮੁੱਲ ਪਤਾ ਕਰ ਲਈ ਅਸੀਂ। sin 45 ਦੇ ਮੁੱਲ 1/2 ਨੂੰ tan 45 ਬਰਾਬਰ sin 45 ਕਿੰਨਾ ਵਾ 1/2 ਬਟਾ cos 45 1/2 ਸਾਰਾ ਕੱਟਿਆ ਗਿਆ। ਜਵਾਬ ਕਿੰਨਾ ਸਾਡਾ ਆ ਗਿਆ 1। ਇਹਦਾ ਮਤਲਬ ਇੱਥੇ ਕਿੰਨਾ ਵਾ 1 ਸਾਡੇ ਕੋਲ। ਹੁਣ 1 ਨੂੰ ਮੈਂ 1/1 ਲਿਖ ਸਕਦਾ। ਇੱਥੋਂ ਮੈਂ ਕ੍ਰੋਸ ਮਲਟੀਪਲਾਈ ਕਰਕੇ BC ਦਾ ਮੁੱਲ ਕੱਢ ਲਾਂਗਾ। BC ਗੁਣਾ 1 ਬਰਾਬਰ BC। 20 ਨੂੰ 1 ਨਾਲ ਗੁਣਾ ਕੀਤੀ ਕਿੰਨਾ ਆ ਗਿਆ ਸਾਡੇ ਕੋਲ 20। ਇਹਦਾ ਮਤਲਬ ਸਾਡੇ ਕੋਲ ਜਿਹੜੀ BC ਆ ਇਹ ਕਿੰਨੀ ਆ ਗਈ ਆ 20 ਮੀਟਰ। 20 ਮੀਟਰ। ਹੁਣ ਅਸੀਂ ਦੂਜੀ ਤਿਕੋਣ ਲਵਾਂਗੇ ਕਿਹੜੀ BCD ਸਮਕੋਣ ਤ੍ਰਿਭੁਜ BCD ਵਿੱਚ। ਇਹਦੇ ਵਿੱਚ ਹੁਣ ਦੇਖੀਏ ਸਾਡੇ ਕੋਲ ਕੀ ਆ। ਇਹਦੇ ਵਿੱਚ ਵੀ ਇਹ 60 ਦਰਜੇ ਦਾ ਕੋਣ, ਇਹ 90 ਦਾ ਕੋਣ। ਇਹਦਾ ਮਤਲਬ BC ਆਧਾਰ ਹੈ ਸਾਡੇ ਕੋਲ, ਬੇਸ ਇਹ ਸਾਡਾ ਪਰਪੈਂਡੀਕੂਲਰ ਹੈ ਲੰਬ ਹੈ। ਹੁਣ ਇਹਦੇ ਵਿੱਚ ਅਸੀਂ ਅਨੁਪਾਤ ਲਵਾਂਗੇ BD ਬਟਾ BC ਬਰਾਬਰ ਇਹ ਵੀ ਲੰਬ ਬਟਾ ਆਧਾਰ। ਲੰਬ ਬਟਾ ਆਧਾਰ ਕਿਹਦੇ ਬਰਾਬਰ ਆ tan ਥੀਟਾ ਦੇ। ਹੁਣ ਥੀਟਾ ਸਾਡੇ ਕੋਲ ਕਿੰਨਾ ਵਾ 60 ਦਰਜੇ। tan 60 ਦਰਜੇ। ਹੁਣ BD ਦਾ ਮੁੱਲ ਅਸੀਂ ਪਤਾ ਕਰਨਾ। BC ਦਾ ਮੁੱਲ ਆਪਾਂ ਕੱਢ ਲਿਆ ਕਿੰਨਾ 20 ਬਰਾਬਰ tan 60 ਦਾ ਮੁੱਲ sin 60 ਵਰਗਮੂਲ 3/2 ਬਟਾ cos 60 1/2। 2 ਨਾਲ 2 ਦੋਨੇ ਬਟੇ ਵਿੱਚ ਕੈਂਸਲ ਹੋ ਗਿਆ। ਇਹ ਸਾਡੇ ਕੋਲ ਆ ਗਿਆ ਵਰਗਮੂਲ 3/1 ਵਰਗਮੂਲ 3/1। ਹੁਣ ਤਿਰਛੀ ਗੁਣਾ ਕਰੀਏ ਅਸੀਂ। BD ਨੂੰ 1 ਨਾਲ ਗੁਣਾ ਕਰਾਂਗੇ ਸਾਡੇ ਕੋਲ ਕੀ ਆ ਜਾਏਗਾ BD ਬਰਾਬਰ 20 ਨੂੰ ਵਰਗਮੂਲ 3 ਨਾਲ ਗੁਣਾ ਕੀਤੀ ਹੈਗਾ 20 ਵਰਗਮੂਲ 3 ਮੀਟਰ। ਹੁਣ ਸਾਡੇ ਕੋਲ BD ਆ ਗਿਆ। ਜੇਕਰ BD ਆ ਗਿਆ AB ਸਾਨੂੰ ਪਤਾ ਕਿੰਨਾ ਵਾ। ਹੁਣ ਸਾਨੂੰ ਪਤਾ ਵਾ ਜਿਹੜਾ BD ਆ ਉਹ ਕਿਹਦਾ ਜੋੜ ਆ BA ਪਲੱਸ AD। ਕਿਉਂਕਿ BA ਪਲੱਸ AD ਬਰਾਬਰ ਕਿਹਦੇ ਆ BD। BA ਦਾ ਮੁੱਲ ਸਾਨੂੰ ਪਤਾ ਭਾਵ AB ਇਮਾਰਤ ਦੀ ਉਚਾਈ ਕਿੰਨੀ ਆ 20 ਮੀਟਰ। AD ਅਸੀਂ ਪਤਾ ਕਰਨੀ ਆ। AD ਅਸੀਂ ਕੀ ਮੰਨੀ ਆ x ਤੇ BD ਸਾਨੂੰ ਕਿੰਨੀ ਦਿੱਤੀ ਹੋਈ ਆ ਅਸੀਂ ਪਤਾ ਕਰ ਲਈ ਆ। BD ਕਿੰਨੀ ਪਤਾ ਕਰ ਲਈ ਆ 20 ਵਰਗਮੂਲ 3। ਹੁਣ ਇੱਥੋਂ ਅਸੀਂ 20 ਨੂੰ ਉੱਧਰ ਲੈ ਜਾਵਾਂਗੇ, ਇੱਧਰ x ਰਹਿ ਗਿਆ ਸਾਡੇ ਕੋਲ। x ਬਰਾਬਰ 20 ਵਰਗਮੂਲ 3 ਮਾਈਨਸ ਕਿੰਨਾ ਆ ਗਿਆ ਸਾਡੇ ਕੋਲ 20 ਉੱਧਰ ਜਾ ਕੇ ਮਾਈਨਸ ਹੋ ਗਿਆ। x ਬਰਾਬਰ ਵਰਗਮੂਲ 3 ਮਾਈਨਸ 1 ਬਾਹਰ 20 ਲਿਖ ਲਿਆ। 20 ਕਾਮਨ ਕੱਢ ਲਿਆ ਅਸੀਂ ਬਾਹਰ। ਹੁਣ ਇੱਥੋਂ x ਬਰਾਬਰ
ਇਹ ਵੀ ਸਾਡਾ ਜਵਾਬ ਠੀਕ ਹੈ। ਉਸ ਤੋਂ ਬਾਅਦ ਅਸੀਂ ਵਰਗਮੂਲ 3 ਦਾ ਮੁੱਲ ਦਸ਼ਮਲਾ ਦੇ ਵਿੱਚ ਭਰ ਸਕਦੇ ਹਾਂ। 1.73 ਮਾਈਨਸ 1 ਬਾਹਰ ਕੀ ਹੈ ਸਾਡੇ ਕੋਲ 20 x ਬਰਾਬਰ ਸਾਡੇ ਕੋਲ ਆ ਗਿਆ 1.73 ਵਿੱਚੋਂ ਅਸੀਂ 1.00 ਮਾਈਨਸ ਕਰਤਾ, ਇਹ ਸਾਡੇ ਕੋਲ ਆ ਗਿਆ 0.73 ਗੁਣਾ ਕਿੰਨਾ ਸਾਡੇ ਕੋਲ 20। ਹੁਣ ਜਦੋਂ ਅਸੀਂ ਇਹਨੂੰ 20 ਨਾਲ ਮਲਟੀਪਲਾਈ ਕਰਾਂਗੇ ਤੇ x ਦਾ ਮੁੱਲ ਸਾਡੇ ਕੋਲ ਆ ਜਾਏਗਾ 1.46 ਮੀਟਰ। ਹੁਣ x ਅਸੀਂ ਕੀ ਮੰਨਿਆ? x ਅਸੀਂ ਕੀ ਮੰਨਿਆ? AD ਕੀ ਆ? ਸੰਚਾਰ ਮੀਨਾਰ ਦੀ ਉਚਾਈ। ਇਸ ਲਈ ਸੰਚਾਰ ਮੀਨਾਰ ਦੀ ਉਚਾਈ x ਬਰਾਬਰ 1.46 ਮੀਟਰ। ਅਗਲਾ ਸਵਾਲ ਸਾਡੇ ਕੋਲ ਹੈ, ਇੱਕ ਪੈਡੈਸਟਲ ਦੇ AB ਇੱਕ ਪੈਡੈਸਟਲ ਆ ਦੇ ਸਿਖਰ ਤੇ ਇੱਕ 1.6 ਮੀਟਰ ਮੂਰਤੀ ਲੱਗੀ ਆ। ਉਹ ਮੂਰਤੀ ਸਾਡੀ ਹੈਗੀ ਆ AD। ਇੱਕ ਜ਼ਮੀਨ ਤੇ ਇੱਕ ਬਿੰਦੂ ਤੋਂ ਮੂਰਤੀ ਦੇ ਸਿਖਰ ਦਾ ਉਚਾਣ ਕੋਣ 60 ਦਰਜੇ ਤੇ ਪੈਡੈਸਟਲ ਦੇ ਸਿਖਰ ਦਾ ਉਚਾਣ ਕੋਣ 45 ਦਰਜੇ ਹੈ। ਪੁੱਛਿਆ ਕਿ ਸਾਨੂੰ ਕੀ ਆ? ਪੈਡੈਸਟਲ ਦੀ ਉਚਾਈ ਪਤਾ ਕਰੋ। ਹੁਣ ਇਹਦੇ ਵਿੱਚ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਡੇ ਕੋਲ ਅਸੀਂ ਕਿਸ ਤਰ੍ਹਾਂ ਇਸ ਪੈਡੈਸਟਲ ਦੀ ਉਚਾਈ ਪਤਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹਦੀ ਉਚਾਈ ਮੰਨ ਲਈ ਸਾਡੇ ਕੋਲ ਕਿੰਨੀ ਆ? h। ਮੂਰਤੀ ਦੀ ਉਚਾਈ ਸਾਨੂੰ ਦਿੱਤੀ ਆ। ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਇੱਕ ਸਾਡੇ ਕੋਲ ਤਿਕੋਣ ਬਣਦੀ ਆ ABC। ਇਸ ਜਗ੍ਹਾ ਤੇ ਅਸੀਂ ਤਿਕੋਣ ਬਣਾਈ ਆ ABC। ਇਹਦੇ ਵਿੱਚੋਂ ਜਿਹੜੀ ਇਹਦੀ BC ਭੁਜਾ ਵਾ ਉਹ ਤਿਕੋਣ ਕਿਹੜੀ ਤਿਕੋਣ? BCD। ਇਹਨਾਂ ਦੋਵਾਂ ਤਿਕੋਣਾਂ ਦੀ ABC ਤੇ BCD ਤਿਕੋਣ ਦੀ BC ਭੁਜਾ ਸਾਂਝੀ ਆ। ਇਸ ਤਿਕੋਣ ਦੇ ਵਿੱਚੋਂ ਅਸੀਂ ਪਹਿਲਾਂ BC ਭੁਜਾ ਪਤਾ ਕਰਾਂਗੇ। ਜੇਕਰ BC ਭੁਜਾ ਆ ਗਈ ਤੇ ਉਹਦਾ ਰਿਲੇਸ਼ਨ ਅਸੀਂ BD ਨਾਲ ਜੋੜ ਕੇ ਫਿਰ ਅਸੀਂ ਇਸ ਪੈਡੈਸਟਲ ਦੀ ਉਚਾਈ ਪਤਾ ਕਰਾਂਗੇ। ਹੁਣ ਇਹਦੇ ਵਿੱਚ ਅਸੀਂ ਮੰਨੀਏ ਸਭ ਤੋਂ ਪਹਿਲਾਂ ਪੈਡੈਸਟਲ ਦੀ ਉਚਾਈ ਮੰਨਿਆ ਜਿਹੜੀ ਅਸੀਂ ਪਤਾ ਕਰਨੀ ਹੈ। ਮੰਨਿਆ ਪੈਡੈਸਟਲ ਦੀ ਉਚਾਈ ਕਿਹੜੀ ਆ? AB ਬਰਾਬਰ h ਮੀਟਰ। ਮੂਰਤੀ ਦੀ ਉਚਾਈ ਸਾਨੂੰ ਦਿੱਤੀ ਹੋਈ ਆ। ਮੂਰਤੀ ਦੀ ਉਚਾਈ AD ਬਰਾਬਰ ਕਿੰਨੀ ਆ? 1.6 ਮੀਟਰ। ਹੁਣ ਅਸੀਂ ਕੋਣ ਲਿਖੀਏ। ਕੋਣ ਸਾਡੇ ਕੋਲ ਕਿਹੜਾ ਦਿੱਤਾ? ਇੱਕ ਕੋਣ ਦਿੱਤਾ ACB। ਆਹ ਵਾਲੀ ਤਿਕੋਣ ਆ ਜਿਹੜੀ ਬਣਾਈ ਅਸੀਂ, ਇਹਦੇ ਵਿੱਚ ਇਹ ਵਾਲਾ ਕੋਣ ਜਿਹੜਾ ਪੈਡੈਸਟਲ ਦੇ ਸਿਖਰ ਦਾ ਉਚਾਣ ਕੋਣ ਆ ACB। ਕੋਣ ACB ਇਹ ਬਰਾਬਰ ਹੈਗਾ 45 ਦਰਜੇ। ਦੂਸਰਾ ਜਿਹੜਾ ਕੋਣ ਆ ਉਹ ਮੂਰਤੀ ਦੇ ਸਿਖਰ ਦਾ ਉਚਾਣ ਕੋਣ ਕਿਹੜਾ? DCB ਜਾਂ BCD। ਆਹ ਵਾਲਾ ਕੋਣ DCB ਬਰਾਬਰ ਕਿੰਨਾ ਵਾ ਸਾਡੇ ਕੋਲ? 60 ਦਰਜੇ। ਹੁਣ ਜੇ ਅਸੀਂ ਧਿਆਨ ਨਾਲ ਦੇਖੀਏ ਜਿਹੜੀ ਆ ABC ਤਿਕੋਣ ਆ ਉਹਦੀ BC ਭੁਜਾ ਤੇ ਜਿਹੜੀ BCD ਤਿਕੋਣ ਆ ਜਾਂ ਕਹਿ ਲਓ DCB ਤਿਕੋਣ ਆ ਉਹਦੀ BC ਭੁਜਾ ਸਾਂਝੀ ਆ। ਅਸੀਂ ਪਹਿਲਾਂ ਇਹ ਸਾਂਝੀ ਭੁਜਾ ਪਤਾ ਕਰ ਲਈਏ। ਹੁਣ ਅਸੀਂ ਪਹਿਲਾਂ ABC ਤਿਕੋਣ ਲਵਾਂਗੇ। ਸਮਕੋਣ ਤਿਕੋਣ ABC ਵਿੱਚ ਅਨੁਪਾਤ ਅਸੀਂ ਲਵਾਂਗੇ ਕਿਹੜੀ ਭੁਜਾ ਦਾ? ਇੱਕ AB ਜਿਹੜੀ ਅਸੀਂ ਪੈਡੈਸਟਲ ਦੀ ਉਚਾਈ ਪਤਾ ਕਰਨੀ ਆ ਤੇ ਇੱਕ BC ਜਿਹੜੀ ਦੋਨਾਂ ਤਿਕੋਣਾਂ ਦੀ ਸਾਂਝੀ ਭੁਜਾ ਵਾ BC। ਇਹਦਾ ਅਨੁਪਾਤ ਲਵਾਂਗੇ। ਇਹ ਵਾਲਾ ਕੋਣ ਤੇ 90 ਦਾ ਕੋਣ BC ਭੁਜਾ ਤੇ ਆ। ਇਹਦਾ ਮਤਲਬ ਇਹ ਆਧਾਰ ਆ। ਦੋਨੇ ਕੋਣ BC ਭੁਜਾ ਤੇ ਆ। 45 ਦੇ ਸਨਮੁਖ ਭੁਜਾ ਕਿਹੜੀ ਆ? ਸਾਡੀ ਲੰਬ ਹੈ। ਹੁਣ AB ਲੰਬ BC ਆਧਾਰ ਲੰਬ ਬਟਾ ਆਧਾਰ ਕਿਹਦੇ ਬਰਾਬਰ ਆ? tan ਥੀਟਾ ਸਾਡਾ ਕਿੰਨਾ ਵਾ? 45 ਦਰਜੇ। AB ਦੀ ਅਸੀਂ ਉਚਾਈ h ਮੰਨੀ ਹੈ। BC tan 45 sin 45 1 ਬਟਾ ਵਰਗਮੂਲ 2 ਬਟਾ cos 45 1 ਬਟਾ ਵਰਗਮੂਲ 2 ਕੱਟ ਕੇ ਜਵਾਬ ਕਿੰਨਾ ਸਾਡਾ ਆ ਗਿਆ? 1। ਇਹ ਆ ਗਿਆ 1। ਇਹਨੂੰ ਅਸੀਂ 1 ਬਟਾ 1 ਲਿਖ ਸਕਦੇ ਹਾਂ। ਹੁਣ ਕ੍ਰਾਸ ਮਲਟੀਪਲਾਈ ਕਰੀਏ। ਜਦੋਂ ਕ੍ਰਾਸ ਮਲਟੀਪਲਾਈ ਕਰਾਂਗੇ ਤੇ BC ਨੂੰ 1 ਨਾਲ ਗੁਣਾ ਕੀਤੀ BC, H ਨੂੰ 1 ਨਾਲ ਗੁਣਾ ਕੀਤੀ ਕੀ ਆ ਗਿਆ? H। ਇਹਦਾ ਮਤਲਬ ਜਿਹੜਾ ਸਾਡਾ BC ਆ ਉਹ ਵੀ ਕਿਹਦੇ ਬਰਾਬਰ ਆ ਗਿਆ?
एच के बराबर आ गया। हुण असीं त्रिकोण लैनी आ DCB। हुण असीं करना की आ, हुण इहदे विचों असीं BD पता करांगे। सब तो पहलां की पता करिए, BD समकोण त्रिकोण, समकोण त्रिकोण DCB विच। इस तरह ये 60 दर्जे का कोण, 90 का कोण BC भुजा ते आ, ये आधार है साडा, ते 60 की सन्मुख भुजा साडी की आ लंब। ये साडे कोल की आएगा BD बटा BC बराबर, ये भी की बनता लंब बटा आधार। लंब बटा आधार किहदे बराबर है, टैन थीटा दे। टैन थीटा साडा कितना वा 60 दर्जे। BD असी पता करनी है, BC असी पता कर चुके हैं कितना, H बराबर टैन 60, टैन 60 साइन 60 वर्गमूल 3 बटा 2 बटा कॉस 60 1 बटा 2, 2 ना 2 कैंसल हो गया क्योंकि दोनों बटे में समान है। ये साडे कोल आ गया वर्गमूल 3 बटा 1। इत्थों साडे कोल की आ गया, BD साडे कोल किहदे बराबर आ गया। BD नूं असीं जदों करांगे H नूं वर्गमूल 3 नाल गुणा कीती ते कितना आ गया, वर्गमूल 3H बराबर BD। हुण असीं इत्थों अगे हल करांगे क्योंकि असीं पता की करना AB। हुण जिहड़ा BD आ साडे कोल वो देखिए किहदे बराबर है, वर्गमूल 3H बराबर BD बराबर हैगा BA प्लस AD। BD बराबर BA प्लस AD। वर्गमूल 3H बराबर BA असीं की मन्निया वा H, ते AD सानूं कितना दिता 1.6। हुण इत्थों असीं H नूं इधर लैवांगे, वर्गमूल 3H माइनस H बराबर 1.6। इत्थों साडे कोल H कॉमन आ जाएगा, H कॉमन है असीं बाहर लिख लेना। अंदर साडे कोल रह गया वर्गमूल 3 माइनस इत्थों H कॉमन है, इत्थे कितना रह गया 1 बराबर 1.6। इत्थों असीं H पता, H बराबर 1.6 मल्टीप्लाई हो रहा वर्गमूल 3 माइनस 1, उधर जाके डिवाइड करेगा, ये साडे कोल आ गया 1.6 बटा वर्गमूल 3 माइनस 1। हुण इस तो बाद असीं बटे विच आप्रमेय संख्या वा, इहदा प्रमेयीकरण करिए। H बराबर 1.6 बटा वर्गमूल 3 माइनस 1 गुणा वर्गमूल 3 प्लस 1, इहदा चिन्ह बदल के अंश विच भी गुणा करती ते हर विच भी असीं गुणा कर दित्ती। H बराबर 1.6 ब्रैकेट वर्गमूल 3 प्लस 1 बटा A माइनस B A प्लस B, इनू ब्रैकेट पा सकते हैं आप। ये साढ़े को आ जाता A स्केयर माइनस B स्केयर, A स्केयर माइनस B स्केयर। इत्थों असीं H पता करिए, H बराबर 1.6 ब्रैकेट वर्गमूल 3 प्लस 1 बटा वर्गमूल 3 का स्केयर, स्केयर ना स्केयर रूट कैंसल 3 माइनस 1। हुण इत्थों अगे हल करिए असीं, उपर साडे कोल H बराबर की आ गया 1.6 ब्रैकेट वर्गमूल 3 प्लस 1 बटा 3 चों 1 माइनस किया, कितना आ गया साडे को 2। H बराबर हुण 1.6 नूं जदों 2 नाल असीं भाग करांगे, 1.6 नूं असीं 2 नाल की कर दईए भाग कर दईए, तो साडे को की आ जाएगा 0 डेसीमल 8 दूनी 16। इसका मतलब जदों असीं 2 नाल इनूं डिवाइड किया तो साडे को आ गया 0.8। H बराबर आ गया 0.8 ब्रैकेट वर्गमूल 3 प्लस 1 मीटर। H असीं की मन्निया सीगा, H असीं मन्निया सीगा पेडस्टल दी उचाई। इसलिए इत्थों असीं लिख सकते हैं, इसलिए पेडस्टल दी उचाई H बराबर 0.8 ब्रैकेट वर्गमूल 3 प्लस 1 मीटर। ये साडा आंसर है। अगला सवाल साडे कोल है
एक साडे कोल मीनार है CD जिहदी उचाई 50 मीटर है। ਉਹਦੇ सामने एक इमारत है AB, ਇਹਦੀ ਉਚਾਈ ਅਸੀਂ पता करनी है। ਦਿੱਤਾ ਸਾਨੂੰ ਕੀ ਹੋਇਆ, मीनार ਦਾ आधार बिंदु D ਤੋਂ इमारत ਦੇ ਸਿਖਰ A ਦਾ ਉਚਾਣ ਕੋਣ ADB, ਇਹ ਕਿੰਨਾ ਸਾਨੂੰ ਦਿੱਤਾ 30 ਦਰਜੇ ਦਾ। ਇਸੇ ਤਰ੍ਹਾਂ ਇਮਾਰਤ ਦੇ ਆਧਾਰ ਬਿੰਦੂ B ਤੋਂ मीनार ਦੇ ਸਿਖਰ ਦਾ ਉਚਾਣ ਕੋਣ 60 ਦਰਜੇ ਦਿੱਤਾ ਹੋਇਆ, ਤੇ ਸਾਨੂੰ ਪੁੱਛਿਆ ਕੀ ਗਿਆ ਵਾ ਵੀ ਇਮਾਰਤ AB ਦੀ ਉਚਾਈ ਪਤਾ ਕਰੋ। ਅਸੀਂ AB ਇਮਾਰਤ ਦੀ ਉਚਾਈ ਕਿੰਨੀ ਮੰਨ ਲਈ H। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਮੰਨਿਆ ਇਮਾਰਤ ਦੀ ਉਚਾਈ AB बराबर H मीटर, ये असी मान ली। हुण जेकर असी ध्यान नाल देखीए तो साडे कोल दो समकोण त्रिकोणा बनदियां, एक ABD ते दूजी साडे कोल बनदी आ BDC। इन्हां विच जेकर असी त्रिकोणमिति अनुपात की सहायता लईए तो असी इमारत की उचाई पता कर सकते हैं। सब तो पहलां असी वो त्रिकोण लवांगे जिहदी कोई भुजा दित्ती है। सानू आह वाली भुजा CD दित्ती हुई है, इहदा मतलब किहड़ी त्रिकोण है साडे कोल BDC। ਇਹਦੀ ਸਾਡੇ ਕੋਲ ਕਿਹੜੀ ਭੁਜਾ ਦਿੱਤੀ ਆ CD, ਇਹ 50 ਮੀਟਰ ਦਿੱਤੀ ਹੋਈ 50 ਮੀਟਰ। ਇਹ ਵਾਲਾ ਕੋਣ 90 ਦਰਜੇ ਦਾ। ਆਹ ਵਾਲੀ ਭੁਜਾ ਜਿਹੜੀ ਆ ਸਿਖਰ ਨਾਲ ਮੀਨਾਰ ਦੇ ਸਿਖਰ ਨਾਲ ਕੋਣ ਬਣਾਉਂਦੀ ਆ ਕਿੰਨੇ ਦਰਜੇ ਦਾ 60 ਦਰਜੇ ਦਾ। ਹੁਣ ਇਹਦੀ ਸਹਾਇਤਾ ਨਾਲ ਅਸੀਂ BD ਕੱਢ ਲਾਂਗੇ, ਕਿਉਂਕਿ BD ਜਿਹੜੀ ਭੁਜਾ ਵਾ ਉਹ BDC ਤੇ ADB ਦੋਨਾਂ त्रिकोणां ਦੀ ਸਾਂਝੀ ਭੁਜਾ ਵਾ। ਜੇਕਰ ਇਹ ਭੁਜਾ ਸਾਡੇ ਕੋਲ ਆ ਗਈ, ਆਹ ਵਾਲੀ ਭੁਜਾ, ਇਹ ਵੀ ਸਾਡੇ ਕੋਲ ਦੂਜੀ त्रिकोण ਕਿਹੜੀ ਆ ABD। ਇਹਦਾ ਮਤਲਬ ਆ ਦੋਨੇ ਭੁਜਾਵਾਂ ਆਪਸ 'ਚ ਸਾਂਝੀਆਂ ਨੇ। ਇਸ त्रिकोण 'ਚੋਂ ਅਸੀਂ BD ਭੁਜਾ ਕੱਢਾਂਗੇ, ਉਸ ਤੋਂ ਬਾਅਦ ਇਸ त्रिकोण ਵਿੱਚੋਂ BD ਦੀ ਸਹਾਇਤਾ ਦੇ ਨਾਲ ਅਸੀਂ AB ਕੱਢ ਲਵਾਂਗੇ। ਸਭ ਤੋਂ ਪਹਿਲਾਂ ਹੁਣ ਅਸੀਂ ਲਿਖੀਏ ਹੋਰ ਸਾਨੂੰ ਕੀ ਦਿੱਤਾ ਹੋਇਆ, ਇਮਾਰਤ ਦੀ ਉਚਾਈ AB ਕਿੰਨੀ ਆ H ਮੀਟਰ। ਉਸ ਤੋਂ ਬਾਅਦ ਮੀਨਾਰ ਦੀ ਉਚਾਈ, ਮੀਨਾਰ ਦੀ ਉਚਾਈ CD ਬਰਾਬਰ ਕਿੰਨੀ ਆ 50 ਮੀਟਰ। ਕੋਣ ਕਿਹੜੇ ਕਿਹੜੇ ਦਿੱਤੇ ਆ, ਕੋਣ ਸਾਨੂੰ ਦਿੱਤਾ ਹੋਇਆ CBD, ਕੋਣ CBD ਉਚਾਣ ਕੋਣ ਕਿੰਨਾ ਦਿੱਤਾ 60 ਦਰਜੇ। ਦੂਸਰਾ ਕੋਣ ਕਿਹੜਾ ਦਿੱਤਾ ਸਾਨੂੰ, ਆਹ ਵਾਲਾ ਕੋਣ, ਇਹ 30 ਦਰਜੇ ਦਾ। ਇਹ ਕੋਣ ਕਿਹੜਾ ਸਾਡਾ ADB, ਕੋਣ ADB ਬਰਾਬਰ 30 ਦਰਜੇ। ਇਹ ਦੋਨੇ त्रिकोणा ਅਸੀਂ ਇਸ ਡਾਇਆਗ੍ਰਾਮ ਦੇ ਵਿੱਚੋਂ ਬਾਹਰ ਕੱਢ ਕੇ ਬਣਾਈਆਂ ਤਾਂ ਕਿ ਆਸਾਨੀ ਨਾਲ ਸਾਨੂੰ ਸਮਝ ਆ ਜਾਵੇ। ਹੁਣ ਅਸੀਂ ਪਹਿਲਾਂ ਆਹ ਵਾਲੀ त्रिकोण ਲਵਾਂਗੇ, ਕਿਉਂਕਿ ਇਹਦੀ CD ਭੁਜਾ ਸਾਨੂੰ ਦਿੱਤੀ ਹੋਈ ਆ, ਮੀਨਾਰ ਦੀ ਉਚਾਈ ਦਿੱਤੀ ਆ। ਇਹਦੀ ਸਹਾਇਤਾ ਨਾਲ ਹੁਣ ਅਸੀਂ BD ਕੱਢੀਏ। ਹੁਣ ਅਸੀਂ ਦੇਖਦੇ ਹਾਂ 60 ਦਰਜੇ ਦਾ ਕੋਣ ਤੇ 90 ਦਾ ਕੋਣ ਕਿਹੜੀ ਭੁਜਾ ਤੇ ਆ BD ਤੇ ਆ, ਇਹ ਆਧਾਰ ਹੈ ਤੇ ਆਹ ਵਾਲਾ ਸਾਡਾ ਕੀ ਆ ਲੰਬ। ਹੁਣ ਅਸੀਂ ਸਮਕੋਣ त्रिकोण BDC ਵਿੱਚ ਅਨੁਪਾਤ ਲਵਾਂਗੇ CD ਬਟਾ BD, CD ਬਟਾ BD। ਇਹ ਕਿਹਦੇ ਬਰਾਬਰ ਆ, ਲੰਬ ਬਟਾ ਆਧਾਰ। ਲੰਬ ਬਟਾ ਆਧਾਰ ਕਿਹਦੇ ਬਰਾਬਰ ਆ, tan ਥੀਟਾ ਸਾਡਾ ਕਿੰਨਾ ਵਾ 60 ਦਰਜੇ। ਹੁਣ ਅਸੀਂ CD ਦੀ ਵੈਲਿਊ 50 ਆ ਗਈ, BD ਅਸੀਂ ਪਤਾ ਕਰਨੀ ਹੈ। tan 60 ਦਰਜੇ ਦਾ ਮੁੱਲ ਅਸੀਂ ਸਾਰਣੀ ਤੋਂ ਭਾਗ ਕਰਕੇ ਵਰਗਮੂਲ 3/2 ਨੂੰ 1/2 ਨਾਲ ਜਦੋਂ ਭਾਗ ਕਰਾਂਗੇ ਤੇ 2 ਨਾਲ 2 ਕੱਟਿਆ ਗਿਆ, ਆ ਗਿਆ ਵਰਗਮੂਲ 3/1, ਭਾਵ ਵਰਗਮੂਲ 3 ਆਪਾਂ 1 ਲਿਖ ਸਕਦੇ ਹਾਂ। ਇੱਥੋਂ ਅਸੀਂ ਹੁਣ ਕ੍ਰਾਸ ਮਲਟੀਪਲਾਈ ਕਰੀਏ, ਵਰਗਮੂਲ 3 BD ਬਰਾਬਰ 50 ਨੂੰ 1 ਨਾਲ ਗੁਣਾ ਕੀਤੀ, ਕਿੰਨਾ ਆ ਗਿਆ ਸਾਡੇ ਕੋਲ 50। ਇੱਥੋਂ ਅਸੀਂ BD ਪਤਾ ਕਰ ਲਈਏ, BD ਬਰਾਬਰ ਆ ਗਿਆ ਸਾਡੇ ਕੋਲ 50 ਬਟਾ ਵਰਗਮੂਲ 3 ਮੀਟਰ। ਇਹਦਾ ਮਤਲਬ ਅਸੀਂ BD ਭੁਜਾ ਕੱਢ ਲਈ ਹੈ 50 ਬਟਾ ਵਰਗਮੂਲ 3 ਮੀਟਰ। ਆਹ ਵਾਲੀ ਭੁਜਾ 50 ਬਟਾ ਵਰਗਮੂਲ 3 ਮੀਟਰ। ਹੁਣ ਅਸੀਂ ਇਹ ਵਾਲੀ त्रिकोण ਲਵਾਂਗੇ ADB ਆ ਜਿਹੜੀ ਅਸੀਂ ਬਾਹਰ ਕੱਢ ਕੇ ਬਣਾਈ ਹੈ ਸਮਕੋਣ त्रिकोण ADB ਵਿੱਚ। ਹੁਣ ਇਹਦੇ 'ਚ ਅਸੀਂ ਪਤਾ ਕਿਹੜੀ ਕਰਨੀ ਹੈ, AB ਭੁਜਾ AB ਬਟਾ BD ਬਰਾਬਰ
ਹੁਣ ਇੱਥੇ ਵੀ ਕੀ ਆ ਸਾਡੇ ਕੋਲ, ਇਹ ਕੋਣ ਤੇ 90 ਦਾ ਕੋਣ BD ਭੁਜਾ ਤੇ ਆ, ਇਹ ਸਾਡਾ ਆਧਾਰ ਹੈ ਤੇ ਇਹ ਸਾਡਾ ਕੀ ਹੈ, ਲੰਬ ਹੈ। ਇਹਦਾ ਮਤਲਬ AB ਬਟਾ BD ਕਿਹਦੇ ਬਰਾਬਰ ਹੋਊਗਾ, ਟੈਨ ਥੀਟਾ ਦੇ। ਥੀਟਾ ਸਾਡਾ ਕਿੰਨਾ ਵਾ, 30 ਦਰਜੇ। ਹੁਣ ਟੈਨ 30 ਦਾ ਮੁੱਲ ਅਸੀਂ ਸਾਰਣੀ ਦੇ ਵਿੱਚੋਂ ਸਾਈਨ 30 ਤੇ cos 30 ਦੇ ਮੁੱਲ ਨੂੰ ਭਾਗ ਕਰਕੇ ਜਦੋਂ ਅਸੀਂ ਕੱਢਾਂਗੇ, AB ਦਾ ਮੁੱਲ ਅਸੀਂ ਕੀ ਮੰਨਿਆ ਵਾ H, BD ਦਾ ਮੁੱਲ ਅਸੀਂ ਜਿਹੜਾ ਬਾਅਦ ਦੇ ਵਿੱਚ ਭਰਾਂਗੇ ਅਸੀਂ BD। ਟੈਨ 30 ਦਾ ਮੁੱਲ ਹੁੰਦਾ 1 ਬਟਾ ਵਰਗਮੂਲ 3। ਹੁਣ ਅਸੀਂ ਇਹਦੇ ਵਿੱਚ ਹੱਲ ਕਰੀਏ ਅੱਗੇ। ਇਸ ਤੋਂ ਬਾਅਦ ਅਸੀਂ ਜਿਹੜਾ ਸਾਡੇ ਕੋਲ BD ਆ ਇਹਨੂੰ ਉੱਧਰ ਲੈ ਜਾਣਾ ਸੀ। ਇਹ ਸਾਡੇ ਕੋਲ ਆ ਗਿਆ H ਬਰਾਬਰ 1 ਬਟਾ ਵਰਗਮੂਲ 3 ਗੁਣਾ BD। ਹੁਣ ਇੱਥੋਂ ਸਾਡੇ ਕੋਲ ਦੇਖੋ ਵੀ ਜਿਹੜਾ ਅਸੀਂ BD ਆ ਉਹਦਾ ਮੁੱਲ ਪਹਿਲਾਂ ਹੀ ਕੱਟਿਆ ਹੈ, ਵਰਗਮੂਲ 50 ਬਟਾ ਵਰਗਮੂਲ 3। ਇੱਥੋਂ ਸਾਡੇ ਕੋਲ H ਬਰਾਬਰ ਆ ਗਿਆ 1 ਬਟਾ ਵਰਗਮੂਲ 3 ਗੁਣਾ 50 ਬਟਾ ਵਰਗਮੂਲ 3। H ਬਰਾਬਰ 50 ਨੂੰ 1 ਨਾਲ ਗੁਣਾ ਕੀਤੀ 50, ਵਰਗਮੂਲ 3 ਨੂੰ 3 ਨਾਲ ਅਸੀਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਗਿਆ, 3 ਆ ਗਿਆ। ਇੱਥੋਂ ਅਸੀਂ H ਨੂੰ 50 ਬਟਾ 3 ਮੀਟਰ, ਇਹ ਵੀ ਜਦ ਸਾਡਾ ਜਵਾਬ ਠੀਕ ਹੈ, ਜਾਂ ਇਹਨੂੰ ਅਸੀਂ ਭਾਗ ਕਰਕੇ ਮੁੱਲ ਕੱਢ ਸਕਦੇ ਹਾਂ। 3 ਨਾਲ ਡਿਵਾਈਡ ਕਰੀਏ, 3 ਏਕਮ 3, 2 20 ਆ ਗਿਆ, 6 ਤੀਏ 18, ਬਾਕੀ 2 ਬਚ ਗਿਆ। ਇਹਦਾ ਮਤਲਬ H ਬਰਾਬਰ ਸਾਡੇ ਕੋਲ ਆ ਗਿਆ 16 ਸਹੀ 2 ਬਟਾ 3 ਮੀਟਰ। ਤੇ H ਅਸੀਂ ਕੀ ਮੰਨਿਆ ਸੀਗਾ, H ਅਸੀਂ ਮੰਨਿਆ ਸੀ ਇਮਾਰਤ ਦੀ ਉਚਾਈ। ਇਸ ਲਈ ਇਮਾਰਤ ਦੀ ਉਚਾਈ H ਬਰਾਬਰ 16 ਸਹੀ 2 ਬਟਾ 3 ਮੀਟਰ। ਇਸ ਤਰੀਕੇ ਨਾਲ ਅਸੀਂ ਇਹ ਸਵਾਲ ਹੱਲ ਕਰਾਂਗੇ। ਅਗਲਾ ਸਵਾਲ ਸਾਡੇ ਕੋਲ ਹੈ, ਇੱਕ ਸੜਕ ਆ, ਸੜਕ ਅਸੀਂ ਲੈ ਲਈ BD ਦੇ ਦੋਨਾਂ ਸਿਰਿਆਂ ਤੇ, ਇੱਕ B ਸਿਰਾ ਤੇ ਇੱਕ D ਸਿਰੇ, 2 ਬਰਾਬਰ ਉਚਾਈ ਦੇ ਖੰਭੇ ਲੱਗੇ ਆ, ਇੱਕ AB ਆ ਤੇ ਦੂਜਾ CD ਆ। ਸੜਕ ਤੇ ਸਥਿਤ ਇੱਕ ਬਿੰਦੂ ਅਸੀਂ ਲੈ ਲਿਆ E ਤੋਂ ਦੋਨਾਂ ਖੰਭਿਆਂ ਦੇ ਸਿਖਰਾਂ ਦੇ ਉਚਾਣ ਕੋਣ 60 ਦਰਜੇ ਅਤੇ 30 ਦਰਜੇ ਹਨ। ਤੇ ਪੁੱਛਿਆ ਸਾਨੂੰ ਕੀ ਆ ਸਵਾਲ ਦੇ ਵਿੱਚ, ਖੰਭਿਆਂ ਦੀ ਉਚਾਈ, ਕਿਉਂਕਿ ਦੋਨਾਂ ਦੀ ਉਚਾਈ ਬਰਾਬਰ ਆ, ਜੇ ਇੱਕ ਦੀ ਪਤਾ ਕਰ ਲਈ ਤੇ ਦੂਜੇ ਦੀ ਆ ਜਾਏਗੀ। ਖੰਭਿਆਂ ਦੀ ਉਚਾਈ ਪਤਾ ਕਰੋ ਤੇ ਸੜਕ ਤੇ ਸਥਿਤ ਬਿੰਦੂ ਦੀ ਦੂਰੀ, ਬਿੰਦੂ ਕਿਹੜਾ ਵਾ E, ਇਹ ਸੜਕ BD ਤੇ ਸਥਿਤ ਆ, ਦੀ ਖੰਭਿਆਂ ਤੋਂ ਦੂਰੀ ਅਸੀਂ ਪਤਾ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਜਿਹੜੀ ਚੀਜ਼ ਪੁੱਛੀ ਆ ਸਭ ਤੋਂ ਪਹਿਲਾਂ ਅਸੀਂ ਖੰਭੇ ਦੀ ਉਚਾਈ ਮੰਨ ਲੈਣੀ। ਮੰਨਿਆ ਸੜਕ ਦੇ ਦੋਨੋਂ ਸਿਰਿਆਂ ਤੇ ਸਥਿਤ ਖੰਭਿਆਂ ਦੀ ਉਚਾਈ, ਕਿਉਂਕਿ ਦੋਨੇ ਬਰਾਬਰ ਖੰਭੇ ਆ, AB ਬਰਾਬਰ CD ਬਰਾਬਰ H ਮੀਟਰ, ਇਹ ਅਸੀਂ ਮੰਨ ਲਿਆ। ਹੁਣ ਸਾਡੇ ਕੋਲ ਜਿਹੜੇ ਕੋਣ ਦਿੱਤੇ ਆ ਉਹ ਅਸੀਂ ਲਿਖ ਲਈਏ। ਕੋਣ ਕਿਹੜੇ ਕਿਹੜੇ ਦਿੱਤੇ ਆ, ਕੋਣ ਸਾਨੂੰ ਇੱਕ ਦਿੱਤਾ AEB, ਕੋਣ AEB ਬਰਾਬਰ 60 ਦਰਜੇ। ਦੂਜਾ ਕੋਣ ਸਾਡੇ ਕੋਲ ਹੈਗਾ CED, ਕੋਣ CED ਬਰਾਬਰ 30 ਦਰਜੇ। ਸਭ ਤੋਂ ਪਹਿਲਾਂ ਅਸੀਂ ਤਿਕੋਣ ਲਵਾਂਗੇ ABE, ਸਮਕੋਣ ਤਿਕੋਣ, ਸਮਕੋਣ ਤਿਕੋਣ ABE ਵਿੱਚ ਅਨੁਪਾਤ ਅਸੀਂ ਲਵਾਂਗੇ, ਕਿਉਂਕਿ ਖੰਭੇ ਦੀ ਉਚਾਈ ਪਤਾ ਕਰਨੀ ਅਸੀਂ, AB ਬਟਾ, ਕਿਉਂਕਿ ਆਹ ਵਾਲੀ ਤਿਕੋਣ ਲੈ ਰਹੇ ਅਸੀਂ, ਇਹਦਾ ਇਹ ਕੋਣ 90 ਦਰਜੇ ਦਾ ਵਾ, ਬਟਾ BE ਬਰਾਬਰ AB ਅਸੀਂ ਕੀ ਮੰਨਿਆ H, BE ਭੁਜਾ ਜਿਹੜੀ ਆ ਇਹ ਸਾਡਾ ਕੀ ਹੈ ਆਧਾਰ, ਤੇ ਇਹ ਸਾਡਾ ਕੀ ਹੈ ਲੰਬ ਹੈ। ਇਹਦਾ ਮਤਲਬ ਲੰਬ ਬਟਾ ਆਧਾਰ ਬਰਾਬਰ ਟੈਨ ਥੀਟਾ, ਟੈਨ 60 ਦਰਜੇ। AB ਦਾ ਮੁੱਲ ਅਸੀਂ H ਮੰਨਿਆ ਬਟਾ BE ਬਰਾਬਰ ਟੈਨ 60 ਦਾ ਮੁੱਲ ਅਸੀਂ ਸਾਰਣੀ ਦੇ ਵਿੱਚੋਂ ਕੱਢਾਂਗੇ, ਉਹ ਸਾਡਾ ਆ ਜਾਏਗਾ ਵਰਗਮੂਲ 3, ਵਰਗਮੂਲ 3 ਬਟਾ 2, 1 ਬਟਾ ਵਰਗਮੂਲ 2, 1 ਬਟਾ 2, 2 ਨਾਲ 2 ਕੈਂਸਲ ਹੋ ਗਿਆ, ਵਰਗਮੂਲ 3 ਬਟਾ 1 ਭਾਵ ਵਰਗਮੂਲ 3 ਬਟਾ ਅਸੀਂ 1 ਲਿਖ ਸਕਦੇ ਹਾਂ। ਇੱਥੋਂ ਸਾਡੇ ਕੋਲ ਜਿਹੜਾ ਹੁਣ ਤਿਰਛੀ ਗੁਣਾ ਕਰਾਂਗੇ ਅਸੀਂ, BE ਨੂੰ ਵਰਗਮੂਲ 3 ਨਾਲ ਗੁਣਾ ਕੀਤੀ, ਵਰਗਮੂਲ 3 ਗੁਣਾ BE
बराबर एच नूं 1 नाल गुणा कीती साडे कोल की आ गया एच। इत्थों साडे कोल BE का माप कितना आ गया एच बटा वर्गमूल 3 मीटर। आ BE का माप आ गया। हुण असीं दूजी त्रिभुज लवांगे समकोण त्रिभुज, समकोण त्रिभुज CED विच। इहदे विच भी साडे कोल इह वाला कोण 90 दा वा, ਇਹ ਸਾਡਾ ਨਿਊਨ ਕੋਣ ਆ, ਦੋਨੇ ਕੋਣ ਈਡੀ ਭੁਜਾ ਤੇ ਆ। ਇਹਦਾ ਮਤਲਬ ਜਿਹੜੀ ਈਡੀ ਭੁਜਾ ਵਾ ਉਹ ਸਾਡੀ ਆਧਾਰ ਹੈ ਤੇ ਇਹ ਸਾਡੀ ਕੀ ਆ ਲੰਬ। ਇੱਥੋਂ ਅਸੀਂ ਲਵਾਂਗੇ CD ਬਟਾ ED ਬਰਾਬਰ, ਇਹ ਵੀ ਕਿਹਦੇ ਬਰਾਬਰ ਆ tan ਥੀਟਾ, tan 30 ਦਰਜੇ, ਲੰਬ ਬਟਾ ਆਧਾਰ ਬਰਾਬਰ tan ਥੀਟਾ। ਹੁਣ CD ਜਿਹੜੀ ਆ ਉਹ ਸਾਡੇ ਕੋਲ ਹੈਗੀ H, ED ਨਹੀਂ ਦਿੱਤੀ ਹੋਈ ਸਾਨੂੰ, ਇਹ ਅਸੀਂ H ਮੰਨੀ ਆ। tan 30 ਦਰਜੇ ਦਾ ਮੁੱਲ, tan 30 ਦਾ ਮੁੱਲ sin 30 ਬਟਾ cos 30, ਇਹ ਸਾਡੇ ਕੋਲ ਆ ਜਾਣਾ ਜਦੋਂ ਭਾਗ ਕਰਾਂਗੇ 1 ਬਟਾ ਵਰਗਮੂਲ 3। ਆਪਾਂ ਸਾਰਣੀ ਦੇ ਵਿੱਚੋਂ ਦੇਖ ਕੇ ਕਰ ਸਕਦੇ ਹਾਂ। ਹੁਣ ਅਸੀਂ ਇਹਦੇ ਵਿੱਚ ਇੱਥੋਂ ਵੀ ਜਿਹੜਾ ED ਦਾ ਮੁੱਲ ਉਹ ਕੱਢਾਂਗੇ। ਅਸੀਂ ਤਿਰਛੀ ਗੁਣਾ ਕਰਾਂਗੇ, ED ਨੂੰ 1 ਨਾਲ ਗੁਣਾ ਕੀਤੀ ਕੀ ਆ ਗਈ ਸਾਡੇ ਕੋਲ ED ਬਰਾਬਰ H ਨੂੰ ਵਰਗਮੂਲ 3 ਨਾਲ ਗੁਣਾ ਕੀਤਾ ਕੀ ਆ ਗਿਆ ਵਰਗਮੂਲ 3H। ਇਹ ਸਾਡੇ ਕੋਲ ED ਆ ਗਿਆ। ਹੁਣ ਅਗਲੇ ਸਟੈਪ ਦੇ ਵਿੱਚ ਸਾਨੂੰ BD ਦਿੱਤੀ ਹੋਈ ਆ, ਜਿਹੜੀ BD ਆ ਉਹ ਕਿਹਦੇ ਬਰਾਬਰ ਆ BD ਬਰਾਬਰ ਹੈਗਾ BE ਪਲੱਸ ED, ਕਿਉਂਕਿ BD ਸਾਨੂੰ ਦਿੱਤੀ ਹੋਈ ਆ ਸੜਕ ਦੀ ਚੌੜਾਈ। ਇਹ ਕਿੰਨੀ ਦਿੱਤੀ ਆ 80 ਮੀਟਰ, ਕਿਉਂਕਿ BE ਪਲੱਸ ED ਬਰਾਬਰ ਕਿਹਦੇ ਆ BD। ਕਿਉਂਕਿ ਅਸੀਂ ਇਹ ਜਿਹੜਾ ਸਾਡੇ ਕੋਲ ਖੰਭੇ ਦਿੱਤੇ ਆ ਇਹਨਾਂ ਦੀ ਉਚਾਈ ਪਤਾ ਕਰਨੀ ਆ, ਉਹ ਅਸੀਂ ਇਸ ਰਿਲੇਸ਼ਨ ਤੋਂ ਪਤਾ ਕਰਾਂਗੇ। BE ਅਸੀਂ ਪਤਾ ਕਰ ਚੁੱਕੇ ਆ H ਬਟਾ ਵਰਗਮੂਲ 3 ਪਲੱਸ ED ਅਸੀਂ ਪਤਾ ਕੀਤੀ ਆ ਵਰਗਮੂਲ 3H ਬਰਾਬਰ BD ਸਾਨੂੰ ਕਿੰਨੀ ਦਿੱਤੀ ਆ 80। ਇੱਥੋਂ ਅਸੀਂ H ਕਾਮਨ ਕੱਢ ਲਾਂਗੇ, ਇੱਥੇ ਸਾਡੇ ਕੋਲ ਆ ਗਿਆ 1 ਬਟਾ ਵਰਗਮੂਲ 3, H ਬਾਹਰ ਆ ਗਿਆ, ਇੱਥੋਂ ਵੀ H ਬਾਹਰ ਆ ਗਿਆ ਪਲੱਸ ਵਰਗਮੂਲ 3 ਬਰਾਬਰ ਕਿੰਨਾ ਆ ਗਿਆ ਸਾਡੇ ਕੋਲ 80। ਅਗਲੇ ਸਟੈਪ ਦੇ ਵਿੱਚ ਅਸੀਂ ਆ ਜਿਹੜੀ ਬ੍ਰੈਕਟ ਹੈ ਇਹਨੂੰ ਹੱਲ ਕਰਾਂਗੇ। ਵਰਗਮੂਲ 3 ਇਹਦਾ ਲਘੁੱਤਮ ਆ ਗਿਆ, ਇੱਥੇ ਸਾਡੇ ਕੋਲ 1 ਆ ਗਿਆ, ਇਹਦੇ ਬਟੇ ਵਿੱਚ 1 ਆ, ਵਰਗਮੂਲ 3 ਨੂੰ 1 ਨਾਲ ਭਾਗ ਕੀਤੀ ਵਰਗਮੂਲ 3 ਨਾਲ ਜਦੋਂ ਗੁਣਾ ਕਰਾਂਗੇ ਕਿੰਨਾ ਆ ਗਿਆ ਸਾਡੇ ਕੋਲ 3 ਆ ਗਿਆ। ਹੁਣ ਅੱਗੇ ਸਾਡੇ ਕੋਲ ਕੀ ਆਇਆ 3 ਤੇ 1, ਇੱਧਰ H ਬਰਾਬਰ 80, ਇਹ ਸਾਡੇ ਕੋਲ ਆ ਗਿਆ 4 ਬਟਾ ਵਰਗਮੂਲ 3H ਬਰਾਬਰ 80। ਇੱਥੋਂ H ਅਸੀਂ ਪਤਾ ਕਰਨਾ, H ਬਰਾਬਰ 80। ਇਹ ਜਿਹੜੀ ਰਕਮ ਹੈ ਉੱਧਰ ਜਾ ਕੇ 80 ਨੂੰ ਭਾਗ ਕਰੇਗੀ, ਜਦੋਂ ਭਾਗ ਕਰੇਗੀ ਤਾਂ ਬਟੇ ਵਿੱਚ 4 ਆਏਗਾ ਤਾਂ ਵਰਗਮੂਲ 3 ਉੱਪਰ ਚਲ ਜਾਏਗਾ। ਸਾਡੇ ਕੋਲ 4 ਨਾਲ ਜਦੋਂ ਇਹਨੂੰ ਕੱਟਿਆ ਤਾਂ ਸਾਡੇ ਕੋਲ ਕਿੰਨਾ ਆ ਗਿਆ 20। H ਬਰਾਬਰ ਸਾਡੇ ਕੋਲ ਆ ਗਿਆ 20 ਵਰਗਮੂਲ 3 ਮੀਟਰ। ਹੁਣ H ਅਸੀਂ ਕੀ ਮੰਨਿਆ ਸੀ ਖੰਭਿਆਂ ਦੀ ਉਚਾਈ, ਇਸ ਲਈ ਖੰਭਿਆਂ ਦੀ ਉਚਾਈ H ਬਰਾਬਰ 20 ਵਰਗਮੂਲ 3 ਮੀਟਰ। ਹੁਣ ਸਾਡੇ ਕੋਲ ਹੋਰ ਕੀ ਪੁੱਛਿਆ ਹੋਇਆ, ਹੁਣ ਸਾਨੂੰ ਪੁੱਛਿਆ ਹੋਇਆ ਵੀ ਬਿੰਦੂ ਦੀ ਸੜਕ ਤੇ ਸਥਿਤ ਬਿੰਦੂ ਦੀ ਖੰਭਿਆਂ ਤੋਂ ਦੂਰੀ। ਹੁਣ ਸਭ ਤੋਂ ਪਹਿਲਾਂ ਅਸੀਂ ਕੱਢਾਂਗੇ ਬਿੰਦੂ E ਦੀ ਖੰਭੇ AB ਤੋਂ ਦੂਰੀ। ਬਿੰਦੂ E ਦੀ ਖੰਭੇ AB ਤੋਂ ਦੂਰੀ, ਇਹ ਕਿਹਦੇ ਬਰਾਬਰ ਆ BE ਦੇ ਬਰਾਬਰ ਹੈ। E ਦੀ AB ਤੋਂ ਦੂਰੀ BE ਬਰਾਬਰ। ਹੁਣ BE ਆਪਾਂ ਇੱਥੇ ਪਤਾ ਕਰ ਚੁੱਕੇ ਹਾਂ H ਬਟਾ ਵਰਗਮੂਲ 3, H ਬਟਾ ਵਰਗਮੂਲ 3। ਇੱਥੇ ਅਸੀਂ H ਦਾ ਮੁੱਲ ਹੁਣੇ ਕੱਢਿਆ 20 ਵਰਗਮੂਲ 3, ਇਹ ਅਸੀਂ ਭਰ ਦਿਆਂਗੇ 20 ਵਰਗਮੂਲ 3 ਬਟਾ ਵਰਗਮੂਲ 3। ਵਰਗਮੂਲ 3 ਨਾਲ ਵਰਗਮੂਲ 3 ਕੈਂਸਲ ਹੋ ਗਿਆ। ਇੱਥੇ ਸਾਡੇ ਕੋਲ BE ਕਿੰਨਾ ਆ ਗਿਆ 20 ਮੀਟਰ। ਇਹਦਾ ਮਤਲਬ ਬਿੰਦੂ E ਦੀ ਖੰਭੇ AB ਤੋਂ ਦੂਰੀ BE ਬਰਾਬਰ ਆ ਗਈ 20 ਮੀਟਰ। ਹੁਣ ਅਸੀਂ ਬਿੰਦੂ E ਦੀ ਖੰਭੇ CD ਤੋਂ ਦੂਰੀ, ਦੂਸਰੇ ਖੰਭੇ ਤੋਂ ਦੂਰੀ, ਬਿੰਦੂ E ਦੀ ਖੰਭੇ ਕਿਹੜਾ ਖੰਭਾ CD ਤੋਂ ਦੂਰੀ, ਕਿਹੜੀ ਦੂਰੀ ਆ ED ਬਰਾਬਰ, ED ਵੀ ਅਸੀਂ ਕੱਢ ਚੁੱਕੇ ਹਾਂ ਵਰਗਮੂਲ 3H, ED ਵਰਗਮੂਲ
3h। ਇਹ ਸਾਡੇ ਕੋਲ ਕੀ ਆ ਜਾਏਗਾ ਵਰਗਮੂਲ 3 ਗੁਣਾ h ਦਾ ਮੁੱਲ ਆਪਾਂ ਕੱਢਿਆ ਵਾ h ਜਿਹੜਾ ਖੰਭੇ ਦੀ ਉਚਾਈ ਆ 20 ਵਰਗਮੂਲ 3 20 ਵਰਗਮੂਲ 3। ਇੱਥੋਂ ਹੱਲ ਕਰੀਏ ਹੁਣ ਸਾਡੇ ਕੋਲ ਕੀ ਆਏਗਾ ਇਹ ਸਾਡੇ ਕੋਲ ਆ ਜਾਏਗਾ 20 ਗੁਣਾ ਵਰਗਮੂਲ 3 ਨਾਲ ਜਦੋਂ ਗੁਣਾ ਕੀਤਾ ਤਾਂ ਕਿੰਨਾ ਆ ਗਿਆ ਸਾਡੇ ਕੋਲ 3 20 ਦੀ ਕਿੰਨਾ ਆ ਗਿਆ ਸਾਡੇ ਕੋਲ 60 ਮੀਟਰ। ਇਸ ਤਰ੍ਹਾਂ ਅਸੀਂ ਇੱਕ ਸਾਨੂੰ ਪੁੱਛਿਆ ਸੀ ਖੰਭਿਆਂ ਦੀ ਉਚਾਈ h ਅਸੀਂ ਕਿੰਨੀ ਕੱਢ ਲਈ ਆ h ਅਸੀਂ ਕੱਢ ਲਈ ਆ 20 ਵਰਗਮੂਲ 3 ਮੀਟਰ ਖੰਭਿਆਂ ਦੀ ਉਚਾਈ। ਉਸ ਤੋਂ ਬਾਅਦ ਅਗਲਾ ਸਾਨੂੰ ਕੀ ਪੁੱਛਿਆ ਸੀ ਬਿੰਦੂ ਦੀ ਦੂਰੀ ਸੜਕ ਤੇ ਸਥਿਤ ਬਿੰਦੂ ਦੀ ਖੰਭੇ AB ਤੋਂ ਦੂਰੀ ਕਿੰਨੀ ਮੀਟਰ ਆ ਗਈ ਸਾਡੀ 20 ਮੀਟਰ। ਬਿੰਦੂ E ਦੀ ਖੰਭੇ CD ਤੋਂ ਦੂਰੀ ਕਿਉਂਕਿ ਦੋਨੇ ਬਰਾਬਰ ਲੰਬਾਈ ਦੇ ਖੰਭੇ ਆ ED ਬਰਾਬਰ ਕਿੰਨੀ ਆ ਸਾਡੇ ਕੋਲ 60 ਮੀਟਰ।